ਸਾਰਿਆਂ ਨੂੰ ਹੈਲੋ, ਇੰਜੀਨੀਅਰਿੰਗ ਡਰਾਇੰਗ ਅਤੇ ਕੰਪਿਊਟਰ ਗ੍ਰਾਫਿਕਸ ਤੇ ਸਾਡੇ ਨਿਪਟਲ ਆਨਲਾਈਨ ਸਰਟੀਫਿਕੇਸ਼ਨ ਕੋਰਸਾਂ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਮੋਡਿਊਲ ਨੰਬਰ 5 ਲੈਕਚਰ 45 ਵਿੱਚ ਹਾਂ। ਇਸ ਮੋਡਿਊਲ ਵਿੱਚ ਅਸੀਂ ਮੁੱਖ ਤੌਰ ਤੇ ਸੈਕਸ਼ਨ ਅਤੇ ਸੈਕਸ਼ਨਲ ਵਿਊ ਤੇ ਫੋਕਸ ਕਰਾਂਗੇ। ਜਦੋਂ ਸਾਨੂੰ ਇਹਨਾਂ ਸੈਕਸ਼ਨ ਅਤੇ ਸੈਕਸ਼ਨਲ ਵਿਊ ਦੀ ਲੋੜ ਹੁੰਦੀ ਹੈ, ਇਸ ਸੈਕਸ਼ਨ ਦੀ ਮਹੱਤਤਾ ਕੀ ਹੈ? ਇਹ ਉਹ ਥਿੰਗ ਹਨ ਜੋ ਅਸੀਂ ਆਪਣੇ ਮੋਡਿਊਲ ਨੰਬਰ ਵਿੱਚ ਸਿੱਖਣ ਜਾ ਰਹੇ ਹਾਂ। ਆਓ ਆਪਣੇ ਸੈਕਸ਼ਨਲ ਵਿਊ ਟਾਪਿਕ ਨੂੰ ਸ਼ੁਰੂ ਕਰੀਏ। ਮੁੱਖ ਤੌਰ ਤੇ ਪ੍ਰਿਜ਼ਮ, ਸਿਲੰਡਰ, ਪਿਰਾਮਿਡ, ਕੋਨ ਜਾਂ ਸ਼ਾਇਦ ਅਸੈਂਬਲੀ ਡਰਾਇੰਗ ਨੂੰ ਦਰਸਾਉਣ ਲਈ, ਜਿੱਥੇ ਇਹਨਾਂ ਇੰਟ੍ਰਿਕੇਟ ਵੇਰਵਿਆਂ ਨੂੰ ਸਮਝਣ ਲਈ ਵੱਖ-ਵੱਖ ਪਾਰਟ ਅਸੈਂਬਲਡ ਕੀਤੇ ਗਏ ਹਨ, ਸਾਨੂੰ ਸੈਕਸ਼ਨ ਦੀ ਲੋੜ ਹੈ। ਇੱਕ ਸੈਕਸ਼ਨ ਬਣਾਉਣ ਦਾ ਮੁੱਖ ਕਾਰਨ ਲੁਕੀਆਂ ਲਾਈਨਾਂ ਨੂੰ ਖਤਮ ਕਰਨ ਲਈ ਦ੍ਰਿਸ਼ਟੀਕੋਣ ਹੈ ਕਿ ਇੱਕ ਡਰਾਇੰਗ ਨੂੰ ਆਸਾਨੀ ਨਾਲ ਸਮਝਿਆ ਜਾਂ ਵਿਜ਼ੂਅਲ ਕੀਤਾ ਜਾ ਸਕਦਾ ਹੈ। ਉਦਾਹਰਨ ਲਈ, ਜੇਕਰ ਮੈਂ ਡਰਾਇੰਗ ਵਿੱਚ ਇੱਕ ਸਿਲੰਡਰ ਡਰਾ ਕਰ ਰਿਹਾ ਹਾਂ, ਜੇਕਰ ਮੈਂ ਪ੍ਰਸਤੁਤ ਕਰਨਾ ਚਾਹਾਂਗਾ ਤਾਂ ਸ਼ਾਇਦ ਵਿਊ ਸਾਹਮਣੇ ਦਾ ਵਿਊ ਹੋਵੇਗਾ ਅਤੇ ਇਸ ਦਾ ਟੌਪ ਵਿਊ ਅਸੀਂ ਇਸ ਤਰੀਕੇ ਨਾਲ ਪੇਸ਼ ਕਰਦੇ ਹਾਂ। ਇਹ ਕਿਵੇਂ ਜਾਣਨਾ ਹੈ ਕਿ ਕੀ ਇਹ ਇੱਕ ਸੋਲਿਡ ਆਬਜੈਕਟ ਹੈ ਜਾਂ ਇੱਕ ਹੋਲੋ ਵਨ? ਇਹ ਦਰਸਾਉਣ ਲਈ ਕਿ ਸਾਨੂੰ ਇਸ ਕਾਈਂਡ ਦੇ ਸੈਕਸ਼ਨਲ ਵਿਊ ਦੀ ਲੋੜ ਹੈ। ਉਦਾਹਰਨ ਲਈ, ਜੇਕਰ ਇਹ ਸਿਰਫ ਇੱਕ ਮੈਟਲ ਸ਼ੀਟ ਹੈ, ਇੱਕ ਬਹੁਤ ਹੀ ਛੋਟੀ ਮੋਟਾਈ, ਜਦੋਂ ਅਸੀਂ ਇਸ ਨੂੰ ਸਾਹਮਣੇ ਵਾਲੇ ਵਿਊ ਤੇ ਪ੍ਰਸਤੁਤ ਕਰਦੇ ਹਾਂ, ਤਾਂ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਸੋਲਿਡ ਆਬਜੈਕਟ ਹੈ ਜਾਂ ਹੋਲੋ ਵਨ ਹੈ, ਜਦੋਂ ਤੱਕ ਅਸੀਂ ਕੱਟ ਸੈਕਸ਼ਨ ਨਹੀਂ ਕਰਦੇ ਹਾਂ। ਇਸ ਪਹਿਲੇ ਪਾਰਟ ਨੂੰ ਹਟਾਓ ਅਤੇ ਕੁਝ ਅਜਿਹਾ ਦਿਖਾਓ। ਜਿੱਥੇ ਮੈਟਲ ਸ਼ੀਟ ਇੱਕ ਥਿਕ ਲਾਈਨ ਦੁਆਰਾ ਪ੍ਰਸਤੁਤ ਕਰ ਸਕਦੀ ਹੈ। ਇਹ ਦਰਸਾਉਂਦਾ ਹੈ ਕਿ ਮਟੀਰੀਅਲ ਉਸ ਲਾਲ ਪੋਰਸ਼ਨ ਦੇ ਅੰਦਰ ਮੌਜੂਦ ਹੋ ਸਕਦੀ ਹੈ ਅਤੇ ਵਾਈਟ ਪੋਰਸ਼ਨ ਵਿੱਚ ਕੋਈ ਮਟੀਰੀਅਲ ਨਹੀਂ ਹੈ। ਫਰਦਰ ਪਰਪਸ ਲਈ ਸਾਨੂੰ ਇਹਨਾਂ ਸੈਕਸ਼ਨ ਦੀ ਲੋੜ ਹੈ। ਹੋਰ ਵੇਰਵੇ ਅਸੀਂ ਕਲਾਸ ਦੌਰਾਨ ਸਿੱਖਾਂਗੇ। ਆਮ ਤੌਰ ਤੇ ਇਹ ਸੈਕਸ਼ਨ ਰਿਪਰੈਜ਼ੈਂਟੇਸ਼ਨ ਕਰਦਾ ਹੈ, ਸਪਸ਼ਟਤਾ ਨੂੰ ਬਿਹਤਰ ਬਣਾਉਣ ਅਤੇ ਪਾਰਟ ਦੀ ਇੰਟੀਰੀਅਰ ਵਿਸ਼ੇਸ਼ਤਾਵਾਂ ਨੂੰ ਪ੍ਰਗਟ ਕਰਨ ਵਿੱਚ ਸਾਡੀ ਮਦਦ ਕਰਦਾ ਹੈ ਅਤੇ ਬਹੁਤ ਹੀ ਗੁੰਝਲਦਾਰ ਅਸੈਂਬਲੀਆਂ ਦੀਆਂ ਇਹ ਇੰਟੀਰੀਅਰ ਵਿਸ਼ੇਸ਼ਤਾਵਾਂ ਹਨ। ਇਸ ਸੈਕਸ਼ਨਲ ਪਲਾਨਾਂ ਤੇ ਹਮੇਸ਼ਾ ਤਰਜੀਹ ਦਿੱਤੀ ਜਾਂਦੀ ਹੈ। ਉਦਾਹਰਨ ਲਈ, ਸਾਡੇ ਕੋਲ ਇੱਕ ਮਾਨੀਟਰ ਹੈ। ਇਸ ਦੇ ਸਾਹਮਣੇ ਵਿਊ ਅਸੀਂ ਇੱਕ ਰੈਕਟੈਂਗੂਲਰ ਪੋਰਸ਼ਨ ਵਰਗਾ ਕੁਝ ਦੇਖਾਂਗੇ, ਪਰ ਇਸ ਦੇ ਅੰਦਰ ਕੀ ਹੈ ਅਸੀਂ ਆਮ ਤੌਰ ਤੇ ਡਰਾਇੰਗ ਸ਼ੀਟਾਂ ਤੇ ਫਰਦਰ ਪਰਪਸ ਨਹੀਂ ਜਾਣਦੇ ਜੋ ਕੋਈ ਵੀ ਹੋਵੇ। ਇਹਨਾਂ ਕੰਪਿਊਟਰ ਮਾਨੀਟਰਾਂ ਦਾ ਨਿਰਮਾਣ ਕਰਨਾ ਜਾਂ ਸ਼ਾਇਦ ਉਹਨਾਂ ਮਾਨੀਟਰਾਂ ਦੇ ਵਿਅਕਤੀਗਤ ਕੰਪੋਨੈਂਟਸ ਬਾਰੇ ਜਾਣਨ ਦੀ ਕੋਸ਼ਿਸ਼ ਕਰਨਾ। ਸਭ ਤੋਂ ਵਧੀਆ ਪਾਰਟ ਇਹ ਹੈ ਕਿ ਉਹ ਇੱਕ ਸੈਕਸ਼ਨਲ ਵਿਊ ਵਾਂਗ ਕੁਝ ਦਰਸਾਉਣਗੇ। ਇੱਕ ਸਲਾਇਸ ਬਣਾਉਣਾ ਜੋ ਇਸ ਕੰਪਿਊਟਰ ਮਾਨੀਟਰ ਵਿੱਚੋਂ ਲੰਘਦਾ ਹੈ। ਟੌਪ ਪਾਰਟ ਨੂੰ ਹਟਾ ਦਿੱਤਾ ਜਾਵੇਗਾ ਅਤੇ ਬਾਟਮ ਪਾਰਟ ਦੀ ਕਲਪਨਾ ਕੀਤੀ ਜਾ ਸਕਦੀ ਹੈ। ਅਸੀਂ ਸਮਝ ਸਕਾਂਗੇ ਕਿ ਕਿਸ ਕਾਈਂਡ ਦੇ ਇਲੈਕਟ੍ਰਾਨਿਕ ਕੰਪੋਨੈਂਟਸ ਮੌਜੂਦ ਹਨ ਅਤੇ ਇਸ ਤਰ੍ਹਾਂ ਦੀਆਂ ਡਰਾਇੰਗ ਆਮ ਤੌਰ ਤੇ ਅਸੀਂ ਇਸ ਪ੍ਰੋਡਕਸ਼ਨ ਲਾਈਨ ਵਿੱਚ ਘੁੰਮਦੇ ਹਾਂ। ਇਸ ਤਰੀਕੇ ਨਾਲ ਅਸੈਂਬਲੀ ਕਰਨੀ ਪੈਂਦੀ ਹੈ। ਉਸ ਦ੍ਰਿਸ਼ਟੀਕੋਣ ਲਈ ਇਹ ਸੈਕਸ਼ਨਲ ਵਿਊ ਬਹੁਤ ਮਦਦਗਾਰ ਹਨ। ਜਾਂ ਸ਼ਾਇਦ ਸਾਡੇ ਕੋਲ ਲਿਖਣ ਦੀ ਕਲਮ ਹੈ। ਫਰੰਟ ਵਿਊ ਟਾਪ ਵਿਊ ਤੋਂ ਅਸੀਂ ਕੁਝ ਅਜਿਹਾ ਦੇਖਦੇ ਹਾਂ ਜਿਵੇਂ ਕਿ ਕੋਨਿਕਲ ਪੋਰਸ਼ਨ ਦੇ ਨਾਲ ਸਿਲੰਡਰੀਕਲ ਪੋਰਸ਼ਨ ਆਦਿ। ਪਰ ਕੀ ਅੰਦਰ ਇੱਕ ਥਿਨ ਰੀਫਿਲ ਮੌਜੂਦ ਹੈ? ਥਿਕ ਰੀਫਿਲ ਮੌਜੂਦ ਹੈ। ਡਰਾਇੰਗ ਸ਼ੀਟ ਤੇ ਇਸ ਬਾਰੇ ਕਿਵੇਂ ਜਾਣਨਾ ਹੈ? ਜਦੋਂ ਤੁਸੀਂ ਦੂਜੀਆਂ ਅਸੈਂਬਲੀ ਯੋਜਨਾਵਾਂ ਨਾਲ ਸੰਚਾਰ ਕਰ ਰਹੇ ਹੋ, ਆਮ ਤੌਰ ਤੇ ਤੁਸੀਂ ਇਹਨਾਂ ਡਰਾਇੰਗ ਸ਼ੀਟਾਂ ਨੂੰ ਪ੍ਰਸਾਰਿਤ ਕਰਦੇ ਹੋ, ਜਿਸ ਤੇ ਅਸਲ ਵਿੱਚ ਪੇਸ਼ ਕੀਤੀ ਜਾਂਦੀ ਹੈ। ਜਿਵੇਂ ਕਿ ਜੇ ਤੁਹਾਡੇ ਕੋਲ ਇਹ ਸੈਕਸ਼ਨਲ ਰਿਪਰੈਜ਼ੈਂਟੇਸ਼ਨ ਹੈ, ਸ਼ਾਇਦ ਇਸ ਤਰ੍ਹਾਂ ਦੀ ਰੀਫਿਲ ਕੋਈ ਇਸ ਦੀ ਵਰਤੋਂ ਕਰ ਰਿਹਾ ਹੈ। ਉਸ ਦ੍ਰਿਸ਼ਟੀਕੋਣ ਲਈ ਵੀ ਸਾਨੂੰ ਇਹਨਾਂ ਵਿਊ ਦੀ ਲੋੜ ਹੈ। ਟ੍ਰੈਡੀਸ਼ਨਲ ਸੈਕਸ਼ਨ ਵਿਊ ਦੇ ਵਿਚਾਰ ਇੱਕ ਇਮੈਜਿਨਰੀ ਕੱਟ ਪਲੇਨ ਦੀ ਵਰਤੋਂ ਤੇ ਬੇਸਡ ਹਨ।
ਜੋ ਇੰਟੀਰੀਅਰ ਵਿਸ਼ੇਸ਼ਤਾਵਾਂ ਨੂੰ ਪ੍ਰਗਟ ਕਰਨ ਲਈ ਓਬਜੈਕਟ ਵਿੱਚੋਂ ਲੰਘਦਾ ਹੈ। ਇਹ ਨਹੀਂ ਕਿ ਅਸੀਂ ਇਸ ਨੂੰ ਸਲਾਈਸ ਕਰਦੇ ਹਾਂ, ਪਰ ਇਹ ਇੱਕ ਇਮੈਜਿਨਰੀ ਪ੍ਰੋਸੈਸ ਵਾਂਗ ਹੈ। ਜੇਕਰ ਕਿਸੇ ਕੋਲ ਸੱਚਮੁੱਚ ਅੰਦਰਲੇ ਪਾਸ ਸੈਕਸ਼ਨਲ ਥਿੰਗ ਹੋ ਸਕਦੀ ਹੈ, ਉਹ ਕਿਵੇਂ ਦਿਖਾਈ ਦਿੰਦੇ ਹਨ? ਇਹ ਇਮੈਜਿਨਰੀ ਕੱਟ ਪਲੇਨ ਡਿਜ਼ਾਈਨਰ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ ਅਤੇ ਓਬਜੈਕਟ ਦੁਆਰਾ ਪੂਰੀ ਤਰ੍ਹਾਂ ਕੀਤਾ ਜਾ ਸਕਦਾ ਹੈ। ਜੇਕਰ ਉੱਥੇ ਹੋ ਰਿਹਾ ਹੈ ਤਾਂ ਅਸੀਂ ਪੂਰੇ ਸੈਕਸ਼ਨਲ ਵਿਊ ਨੂੰ ਕਹਿੰਦੇ ਹਾਂ। ਉਦਾਹਰਨ ਲਈ, ਸਾਡੇ ਕੋਲ ਪਾਣੀ ਦੀ ਬੋਤਲ ਹੈ। ਅਤੇ ਜੇਕਰ ਸਾਡੇ ਕੋਲ ਇਸ ਪਲੇਨ ਵਰਗੀ ਕੋਈ ਚੀਜ਼ ਹੋਣ ਜਾ ਰਹੀ ਹੈ, ਤਾਂ ਇਸ ਨੂੰ ਸਲਾਈਸ ਕਰੋ। ਆਓ ਅਸੀਂ ਬੈਕਸਾਈਡ ਭਾਗ B ਨੂੰ ਕਾਲ ਕਰੀਏ, ਫਰੰਟ ਸਾਈਡ ਭਾਗ F। ਇਸ ਫਰੰਟ ਸਾਈਡ ਵਾਲੇ ਪਾਰਟ ਨੂੰ ਹਟਾ ਦਿਓ। ਅਤੇ ਜੇਕਰ ਤੁਸੀਂ ਪਿਛਲੇ ਸਾਈਡ ਦੇ ਪਾਰਟ ਨੂੰ ਦੇਖ ਰਹੇ ਹੋ ਤਾਂ ਇਹ ਇਸ ਤਰ੍ਹਾਂ ਦਿਖਾਈ ਦਿੰਦਾ ਹੈ। ਸ਼ਾਇਦ ਜੇ ਇਹ ਪਲਾਸਟਿਕ ਦੀ ਬਹੁਤ ਥਿਨ ਮਟੀਰੀਅਲ ਨਾਲ ਬਣਾਇਆ ਗਿਆ ਹੋਵੇ। ਇਹ ਉਹ ਪਾਰਟ ਹੈ ਜਿੱਥੇ ਸਾਡੇ ਕੋਲ ਇਹ ਪਲਾਸਟਿਕ ਮਟੀਰੀਅਲ ਹੈ। ਅਤੇ ਬਾਕੀ ਦੀ ਜਗ੍ਹਾ ਖਾਲੀ ਹੈ। ਇਸ ਕਾਇੰਡ ਦੀਆਂ ਥਿੰਗ ਨੂੰ ਰਿਪਰਜ਼ੈਂਟ ਕਰਨ ਲਈ, ਅਸੀਂ ਕੁਝ ਖਾਸ ਕਾਇੰਡ ਦੇ ਪ੍ਰੋਟੋਕੋਲ ਦੀ ਵਰਤੋਂ ਕਰਦੇ ਹਾਂ। ਕੀ ਸਾਨੂੰ ਉਹਨਾਂ ਲਾਈਨਾਂ ਨੂੰ ਸੱਚਮੁੱਚ ਗੂੜ੍ਹਾ ਕਰਨਾ ਚਾਹੀਦਾ ਹੈ? ਜਾਂ ਕਿਸੇ ਕਿਸਮ ਦੀ ਇਨਕਲਾਈਨਡ ਲਾਈਨ ਸ਼ੈਚਿੰਗ ਦਿਖਾਓ ਅਤੇ ਇਸ ਕਾਇੰਡ ਦੀ ਰਿਪਰੈਜ਼ੈਂਟੇਸ਼ਨ ਲਈ ਅਸੀਂ ਇਹਨਾਂ ਸੈਕਸ਼ਨ ਅਤੇ ਸੈਕਸ਼ਨਲ ਵਿਊ ਚੈਪਟਰ ਲਈ ਕੀ ਸਿੱਖਾਂਗੇ? ਪੂਰੇ ਫੁੱਲ ਸੈਕਸ਼ਨ ਨੂੰ ਹਟਾਉਣ ਦੀ ਬਜਾਏ ਕੋਈ ਹਾਫ ਸੈਕਸ਼ਨ ਵੀ ਬਣਾ ਸਕਦਾ ਹੈ, ਜਿਵੇਂ ਕਿ ਓਬਜੈਕਟ ਦੇ ਹਾਫਵੇ ਤੇ ਜਾਣਾ। ਕਈ ਵਾਰ ਸੈਕਸ਼ਨ ਨਾ ਤਾਂ ਨੋਰਮਲ ਹੋ ਸਕਦੇ ਹਨ ਅਤੇ ਨਾ ਹੀ ਇਸ ਹੋਰੀਜ਼ੋਨਟਲ ਥਿੰਗ ਤੇ ਜਾ ਸਕਦੇ ਹਨ। ਪਰ ਕੁਝ ਬੈਂਟ ਕਾਈਡ ਦੇ ਵਿਊ ਵੀ ਇਸ ਨੂੰ ਬਹੁਤ ਗੁੰਝਲਦਾਰ ਓਬਜੈਕਟ ਬਣਾ ਸਕਦੇ ਹਨ ਜੋ ਉਹ ਮੌਜੂਦ ਹਨ, ਜਦੋਂ ਤੱਕ ਅਸੀਂ ਉਸ ਬੈਂਟ ਕਾਈਡ ਦੇ ਸੈਕਸ਼ਨਲ ਵਿਊ ਨਹੀਂ ਦਿਖਾਉਂਦੇ ਹਾਂ। ਅਸੀਂ ਨਹੀਂ ਕਰਾਂਗੇ ਜਦੋਂ ਤੁਹਾਡੇ ਪੋਰਸ਼ਨ ਨੂੰ ਇਹ ਸਮਝਣ ਲਈ ਕਿ ਉਸ ਮਟੀਰੀਅਲ ਦੇ ਅੰਦਰ ਕੀ ਹੈ। ਅਤੇ ਕਦੇ-ਕਦੇ ਇਹ ਪੂਰੀ ਤਰ੍ਹਾਂ ਪਾਰਟ ਵਿੱਚੋਂ ਲੰਘਦਾ ਹੈ। ਪਰ ਕੁਝ ਨਾਮ ਟੁੱਟੇ ਕੱਟ ਸੈਕਸ਼ਨਲ ਵਿਊ। ਹੋਰ ਵੇਰਵੇ ਬਾਅਦ ਵਿੱਚ ਵੇਖਣਗੇ। ਇੱਕ ਕੱਟ ਪਲੇਨ ਲਾਈਨ ਉਹ ਹੈ ਜੋ ਦਰਸਾਉਂਦੀ ਹੈ ਕਿ ਕੱਟ ਪਲੇਨ ਪਾਸ ਕਿੱਥੇ ਓਬਜੈਕਟ ਵਿੱਚੋਂ ਲੰਘਦਾ ਹੈ। ਇਹ ਕੱਟਣ ਵਾਲੇ ਪਲੇਨ ਦੇ ਐਜ ਵਿਊ ਨੂੰ ਦਰਸਾਉਂਦਾ ਹੈ ਅਤੇ ਸੈਕਸ਼ਨਲ ਵਿਊ ਦੇ ਨਾਲ ਐਡਜੈਸੈਂਟ ਵਿਊ ਵਿੱਚ ਡਰਾ ਕੀਤੇ ਜਾਂਦੇ ਹਨ। ਦੋ ਸੰਕਲਪ ਮਹੱਤਵਪੂਰਨ ਹਨ, ਇੱਕ ਕੱਟ ਪਲੇਨ ਹੋਰ ਇੱਕ ਕੱਟ ਪਲੇਨ ਲਾਈਨ ਹੈ। ਉਦਾਹਰਨ ਲਈ, ਸਾਡੇ ਕੋਲ ਇੱਕ ਬਲੋਕ ਹੈ। ਪਾਸ ਹੋ ਸਕਦਾ ਹੈ ਕਿ ਕੱਟ ਪਲੇਨ ਹੈ ਜੋ ਇਹਨਾਂ ਪੁਆਇੰਟ ਵਿੱਚੋਂ ਲੰਘਦੇ ਹਨ। ਜਦੋਂ ਅਸੀਂ ਟੌਪ ਵਿਊ ਤੋਂ ਦੇਖ ਰਹੇ ਹੁੰਦੇ ਹਾਂ, ਅਜਿਹਾ ਲੱਗਦਾ ਹੈ ਕਿ ਕੋਈ ਪਲੇਨ ਹੈ ਜੋ ਇਸ ਮਟੀਰੀਅਲ ਵਿੱਚੋਂ ਲੰਘਦਾ ਹੈ। ਕੁਝ ਖਾਸ ਐਰੋ ਰਿਪਰੈਜ਼ੈਂਟੇਸ਼ਨ ਦੇ ਨਾਲ ਅਸੀਂ ਦੇਵਾਂਗੇ ਅਤੇ ਇਸ ਨੂੰ ਅਸੀਂ ਲਾਈਨ ਕੱਟ ਪਲੇਨ ਲਾਈਨ ਕਹਿੰਦੇ ਹਾਂ ਅਤੇ ਇਸ ਨੂੰ ਕੱਟ ਪਲੇਨ ਕਿਹਾ ਜਾਂਦਾ ਹੈ। ਆਓ ਇੱਕ ਉਦਾਹਰਨ ਲਈਏ। ਇੱਥੇ ਸਾਡੇ ਕੋਲ ਇੱਕ ਓਬਜੈਕਟ ਹੈ। ਇਹ ਹੋਲ ਹਨ ਜਿਸ ਰਾਹੀਂ ਇਸ ਨੂੰ ਬੋਲਟ ਕੀਤਾ ਜਾ ਸਕਦਾ ਹੈ ਅਤੇ ਇਹ ਅੰਦਰ ਇੱਕ ਹੋਲੋ ਪੋਰਸ਼ਨ ਹੈ ਅਤੇ ਸਾਡੇ ਕੋਲ ਉਸ ਪਾਸੇ ਥੋੜਾ ਜਿਹਾ ਟੇਪਰ ਹੈ। ਜੇ ਅਸੀਂ ਕੱਟ ਸੈਕਸ਼ਨ ਬਣਾਉਂਦੇ ਹਾਂ, ਇੱਥੇ ਕੱਟ ਸੈਕਸ਼ਨ ਜੋ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਹੈ। ਉਸ ਪਾਰਟ ਤੱਕ ਇਸ ਨੂੰ ਹਟਾਓ। ਇਸੇ ਤਰ੍ਹਾਂ ਉਸ ਪਾਰਟ ਤੱਕ ਇਸ ਨੂੰ ਹਟਾ ਦਿਓ।
ਜੇ ਅਸੀਂ ਇਸ ਪਾਰਟ ਨੂੰ ਹਟਾ ਸਕਦੇ ਹਾਂ ਤਾਂ ਬਚਿਆ ਹੋਇਆ ਪਾਰਟ ਸ਼ਾਇਦ ਇਸ ਤਰ੍ਹਾਂ ਦਿਖਾਈ ਦੇਵੇਗਾ। ਅਜਿਹਾ ਕਰਨ ਨਾਲ ਫਾਇਦਾ ਹੁੰਦਾ ਹੈ। ਅਸੀਂ ਸਪਸ਼ਟ ਤੌਰ ਤੇ ਦੇਖ ਸਕਦੇ ਹਾਂ ਕਿ ਇਹ ਬੋਲਟ ਅਸਲ ਵਿੱਚ ਇੱਥੇ ਕਿੰਨੀ ਲੈਂਥ ਤੱਕ ਜਾ ਸਕਦਾ ਹੈ। ਇਹ ਪੂਰੀ ਤਰ੍ਹਾਂ ਹੇਠਾਂ ਜਾਂਦਾ ਹੈ। ਦੂਜੀ ਗੱਲ ਇਹ ਹੈ ਕਿ ਸਾਡੇ ਕੋਲ ਇੱਕ ਸਟੇਪ ਹੈ, ਇੱਥੇ। ਤੀਜੇ ਤੇ ਸਟੇਪ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕੀ ਟੇਪਰ ਉੱਥੇ ਹੈ ਜਾਂ ਨਹੀਂ। ਕੀ ਅਸੀਂ ਸਾਫ਼-ਸਾਫ਼ ਦੇਖ ਸਕਦੇ ਹਾਂ। ਅਤੇ ਉਸ ਮਟੀਰੀਅਲ ਦੀ ਮੋਟਾਈ ਸਾਫ਼ ਤੌਰ ਤੇ ਵੇਖੀ ਜਾ ਸਕਦੀ ਹੈ। ਚਾਹੇ ਉਹੀ ਮੋਟਾਈ ਹੋਵੇ। ਅਸੀਂ ਇਸ ਨੂੰ ਦੋਵੇਂ ਸਾਈਡ ਦੇਖਾਂਗੇ ਜਾਂ ਨਹੀਂ। ਇਸ ਗਾਈਡ ਦੇ ਇੰਟਰੀਕੇਟ ਵੇਰਵਿਆਂ ਨੂੰ ਅਸੀਂ ਇਸ ਸੈਕਸ਼ਨਲ ਵਿਊ ਰਾਹੀਂ ਆਸਾਨੀ ਨਾਲ ਦੇਖ ਸਕਦੇ ਹਾਂ। ਇਹਨਾਂ ਗੁੰਝਲਦਾਰ 3 ਡਾਇਮੈਂਸ਼ਨਲ ਸ਼ੇਪ ਨੂੰ ਦਰਸਾਉਣ ਦੀ ਬਜਾਏ ਡਰਾਇੰਗ ਸ਼ੀਟ ਤੇ ਆਮ ਤੌਰ ਤੇ ਅਸੀਂ 2D ਸਕੈਚਾਂ ਨਾਲ ਜਾਂਦੇ ਹਾਂ, ਖਾਸ ਤੌਰ ਤੇ ਪ੍ਰੋਜੇਕਸ਼ਨ ਆਰਥੋਗ੍ਰਾਫਿਕ ਪ੍ਰੋਜੇਕਸ਼ਨ, ਅਤੇ ਜੇਕਰ ਇਹ ਇਸ ਓਬਜੈਕਟ ਬਾਰੇ ਹੈ। ਇਸ ਦਿਸ਼ਾ ਵਿੱਚ ਇੱਕ ਸਾਹਮਣੇ ਵਿਊ ਹੈ। ਅਸੀਂ ਇਸ ਸਿਰੇ ਨੂੰ ਪੇਸ਼ ਕਰਾਂਗੇ, ਇਹ ਅੰਤ ਇਸ ਨਾਲ ਮੇਲ ਖਾਂਦਾ ਹੈ। ਅਤੇ ਸਾਡੇ ਕੋਲ ਇਹ ਬੋਲਟ ਇਨਸਰਸ਼ਨ ਕਾਈਂਡ ਦੀ ਪੋਜੀਸ਼ਨ ਜਿਸ ਨੂੰ ਅਸੀਂ ਇੱਥੇ ਪੇਸ਼ ਕਰ ਸਕਦੇ ਹਾਂ। ਸਿਮਿਲਰਲੀ ਇਹ ਅਸੀਂ ਉੱਥੇ ਇਸ ਨੂੰ ਪੇਸ਼ ਕਰ ਸਕਦੇ ਹਾਂ। ਅਤੇ ਇਹ ਉਸ ਅੰਦਰ ਹੋਲੋ ਹੈ। ਇਸ ਦੇ ਲਈ ਸਾਡੇ ਕੋਲ ਇਹ ਡੈਸ਼ਡ ਲਾਈਨਾਂ ਹਨ। ਸਾਡੇ ਕੋਲ ਉਹ ਟੇਪਰਡ ਹੋਣ ਦਾ ਕਾਰਨ ਇੱਕ ਟੇਪਰਡ ਹੈ। ਅਤੇ ਇਹ ਹੋਲੋ ਹੈ, ਇਸ ਲਈ ਸਾਡੇ ਕੋਲ ਉਹ ਹੋਲੋ ਹੈ। ਸਾਰੇ ਤਰੀਕੇ ਨਾਲ ਸਾਡੇ ਕੋਲ ਇਹ ਹੈਲੋ ਪੋਰਸ਼ਨ ਹੈ, ਜੋ ਕਿ ਹੇਠਾਂ ਵੱਲ ਜਾਂਦਾ ਹੈ। ਇਸ ਤਰੀਕੇ ਨਾਲ ਅਸੀਂ ਇਸ ਪੈਡਸਟਲ ਕਾਈਂਡ ਦੇ ਬ੍ਰੈਕਟ ਦੇ ਸਾਹਮਣੇ ਵਿਊ ਨੂੰ ਦਰਸਾਉਂਦੇ ਹਾਂ। ਜੇਕਰ ਸਾਡੇ ਕੋਲ ਕੱਟ ਸੈਕਸ਼ਨ ਹੈ ਤਾਂ ਅਸੀਂ ਮਟੀਰੀਅਲ ਨੂੰ ਸਪਸ਼ਟ ਤੌਰ ਤੇ ਦੇਖ ਸਕਦੇ ਹਾਂ। ਅਤੇ ਇਹ 2D ਲੈਵਲ ਰਿਪਰੈਜ਼ੈਂਟੇਸ਼ਨ ਅਸੀਂ ਸਿਰਫ ਉਹੀ ਪਾਰਟ ਦਿਖਾ ਸਕਦੇ ਹਾਂ, ਜਿੱਥੇ ਇਹ ਹੋਲੋ ਪੋਰਸ਼ਨ ਇਸ ਨੂੰ ਕਿਸ ਲੈਵਲ ਤੱਕ ਨੋਟ ਕਰ ਸਕਦਾ ਹੈ। ਅਤੇ ਇਹ ਉਹ ਪਲੇਨ ਹੈ ਜਿਸ ਵਿੱਚੋਂ ਇਹ ਕੱਟ ਸੈਕਸ਼ਨ ਅਸਲ ਵਿੱਚ ਲੰਘ ਰਿਹਾ ਹੈ। ਅਤੇ ਮਟੀਰੀਅਲ ਉੱਥੇ ਮੌਜੂਦ ਹੈ, ਇਸ ਲਈ ਆਮ ਤੌਰ ਤੇ ਅਸੀਂ 45 ਡਿਗਰੀ ਇਨਕਲਾਈਨਡ ਵਾਲੀਆਂ ਲਾਈਨਾਂ ਦਿਖਾਉਂਦੇ ਹਾਂ ਜਿੱਥੇ ਮਟੀਰੀਅਲ ਮੌਜੂਦ ਹੁੰਦਾ ਹੈ। ਅਤੇ ਇਸ ਨੂੰ ਅਸੀਂ ਹੈਚਿੰਗ ਕਹਿੰਦੇ ਹਾਂ, ਹੈਚ। ਇੱਕ ਵਿੱਚ ਪੂਰਾ ਸੈਕਸ਼ਨ ਹੋ ਸਕਦਾ ਹੈ, ਇਹ ਦਰਸਾਉਂਦਾ ਹੈ, ਪਰ ਇਹ ਇਸ ਲਈ ਹੈ ਕਿਉਂਕਿ ਇਹ ਸਿਮੈਟ੍ਰਿਕ ਓਬਜੈਕਟ ਹੈ। ਉਹੀ ਚੀਜ਼ ਜੋ ਦੂਜੇ ਸਾਈਡ ਤੇ ਇਸ ਨੂੰ ਸਮਝਣ ਦੀ ਪੋਜੀਸ਼ਨ ਵਿੱਚ ਹੋਵੇਗੀ। ਇਹ ਅੰਕੜਿਆਂ ਦੀ ਰਿਪਰੈਜ਼ੈਂਟੇਸ਼ਨ ਕਰਨ ਦਾ ਇੱਕ ਨਿਊਨਤਮ ਤਰੀਕਾ ਹੈ। ਕੋਈ ਇੱਕ ਪੂਰਾ ਸੈਕਸ਼ਨ ਲੈ ਸਕਦਾ ਹੈ ਜੋ ਆਮ ਤੌਰ ਤੇ ਸਟੈਂਡਰਡ ਕਨਵੈਨਸ਼ਨ ਦੀ ਬਜਾਏ ਉਹੀ ਓਬਜੈਕਟ ਦਿਖਾ ਸਕਦਾ ਹੈ। ਜੇਕਰ ਇਹ ਸਿਮੈਟ੍ਰਿਕ ਕਾਈਡ ਦੇ ਓਬਜੈਕਟ ਹਨ, ਤਾਂ ਇਸ ਦਾ ਇੱਕ ਚੌਥਾਈ ਹਿੱਸਾ ਅਸਲ ਵਿੱਚ ਇਸ ਨੂੰ ਹਟਾ ਸਕਦਾ ਹੈ, ਬਾਕੀ ਬਚੇ ਪੋਰਸ਼ਨ ਨੂੰ ਹੈਚਡ ਲਾਈਨਾਂ ਦੁਆਰਾ ਦਿਖਾਇਆ ਜਾ ਸਕਦਾ ਹੈ। ਅਤੇ ਇਹ ਉਸ ਓਬਜੈਕਟ ਦਾ ਇੱਕ ਵਿਊ ਹੈ, ਉਦਾਹਰਨ ਲਈ। ਫਰੰਟਲ ਵਿਊ ਜੇਕਰ ਸਾਡੇ ਕੋਲ ਇਸ ਗਾਈਡ ਦਾ ਬੌਕਸ ਬਲੌਕ ਹੈ। ਤਾਂ ਕਿ ਇੱਥੇ ਇੱਕ ਕੱਟ ਪਲੇਨ ਹੈ ਜੋ ਅਸੀਂ ਚੁਣਿਆ ਹੈ। ਤੀਰ ਉਸ ਦਿਸ਼ਾ ਵੱਲ ਇਸ਼ਾਰਾ ਕਰ ਰਹੇ ਹਨ ਅਤੇ ਇੱਕ ਡੈਸ਼ ਛੋਟੀ ਡੈਸ਼ਡ ਲਾਈਨਾਂ ਹਨ, ਇਸ ਲਈ ਇੱਕ ਬਹੁਤ ਲੰਬੀ ਡੈਸ਼ ਤੋਂ ਬਾਅਦ ਦੋ ਛੋਟੀਆਂ ਡੈਸ਼ਡ ਲਾਈਨਾਂ ਸਾਰੇ ਪਾਸੇ ਜਾਂਦੀਆਂ ਹਨ। ਇਹ ਸਿਰਫ ਓਬਜੈਕਟ ਤੇ ਨਹੀਂ ਰੁਕ ਰਹੇ ਹਨ ਬਲਕਿ ਟੌਪ ਸਾਈਡ ਅਤੇ ਬਾਟਮ ਸਾਈਡ ਸਾਰੇ ਤਰੀਕੇ ਨਾਲ ਫੈਲਾਉਂਦੇ ਹਨ। ਅਤੇ ਕੁਝ ਐਰੋ ਰਿਪਰੈਜ਼ੈਂਟੇਸ਼ਨ ਹੈ। ਅਤੇ ਜੇਕਰ ਅਸੀਂ ਇਹ ਕਰਦੇ ਹਾਂ ਕਿ ਆਮ ਰਿਪਰੈਜ਼ੈਂਟੇਸ਼ਨ ਐਰੋ ਦੀ ਡਾਇਰੈਕਸ਼ਨ ਵਿੱਚ ਹੁੰਦੀ ਹੈ ਤਾਂ ਅਸੀਂ ਓਬਜੈਕਟ ਨੂੰ ਇਸ ਤੋਂ ਦੂਰ ਰੱਖਦੇ ਹਾਂ, ਬਾਕੀ ਬਚੇ ਪੋਰਸ਼ਨ ਨੂੰ ਹਟਾ ਦਿੰਦੇ ਹਾਂ। ਇਸ ਲਈ ਐਰੋ ਡਾਇਰੈਕਸ਼ਨ ਇਸ ਤਰੀਕੇ ਨਾਲ ਹੈ, ਜਿਸ ਦਾ ਮਤਲਬ ਹੈ ਕਿ ਇਹ ਪਾਰਟ ਅਸੀਂ ਇਸ ਨੂੰ ਰੱਖਾਂਗੇ ਅਤੇ ਇਹ ਪਾਰਟ ਅਸੀਂ ਇਸ ਨੂੰ ਹਟਾ ਦੇਵਾਂਗੇ ਜਦੋਂ ਅਸੀਂ ਉਸੇ ਦਿਸ਼ਾ ਵਿੱਚ ਇੱਕ ਸਲਾਇਸ ਬਣਾਉਣ ਤੋਂ ਬਾਅਦ ਇਸ ਨੂੰ ਹਟਾਉਂਦੇ ਹਾਂ। ਜਦੋਂ ਤੁਹਾਡੇ ਕੋਲ ਇੱਕ ਸੈਕਸ਼ਨ A ਥਰੂ ਕੱਟ ਪਲੇਨ ਹੁੰਦਾ ਹੈ,
ਜੇਕਰ ਤੁਸੀਂ ਇਸ ਨੂੰ ਹਟਾ ਰਹੇ ਹੋ ਤਾਂ ਇੱਥੇ ਕੋਈ ਮਟੀਰੀਅਲ ਨਹੀਂ ਹੈ, ਸਿਰਫ ਬਲੈਂਕ ਐਮਪਟੀ ਵੈਕਿਊਮ ਹੈ। ਇਹ ਇੱਕ ਕਾਰਨ ਹੈ ਕਿ ਸਾਡੇ ਕੋਲ ਖਾਲੀ ਚੀਜ਼ ਹੈ। ਪਰ ਇਹ ਉਹ ਪੋਰਸ਼ਨ ਹੈ ਜਿੱਥੇ ਸਾਡੇ ਕੋਲ ਉਹ ਮਟੀਰੀਅਲ ਹੈ ਜੋ ਅਸੀਂ ਇਸ ਸਮਾਨ ਮਟੀਰੀਅਲ ਦੁਆਰਾ ਦਰਸਾਉਂਦੇ ਹਾਂ। ਉੱਥੇ ਮੌਜੂਦ ਹੈ। ਇਸ ਤਰੀਕੇ ਨਾਲ ਅਸੀਂ ਨਤੀਜੇ ਵਾਲੇ ਸੈਕਸ਼ਨ ਨੂੰ ਪ੍ਰਾਪਤ ਕਰਦੇ ਹਾਂ। ਆਮ ਤੌਰ ਤੇ ਇਹ ਥਿਕ ਡੈਸ਼ਡ ਲਾਈਨ ਦੁਆਰਾ ਦਰਸਾਏ ਗਏ ਕੱਟ ਪਲੇਨ ਜੋ ਓਬਜੈਕਟ ਦੇ ਐਜ ਤੋਂ ਅੱਗੇ ਵੱਧਦਾ ਹੈ। ਇਹ ਉਸ ਓਬਜੈਕਟ ਦਾ ਐਜ ਹੈ ਪਰ ਇਹ ਉਸ ਤੋਂ ਲੰਘਦਾ ਹੈ। ਉਦਾਹਰਨ ਲਈ, ਜਦੋਂ ਤੁਸੀਂ ਕੋਈ ਸੈਕਸ਼ਨ ਦਿਖਾ ਰਹੇ ਹੋ ਤਾਂ ਘੱਟੋ-ਘੱਟ 6 ਮੀਟਰ ਲੈਂਥ ਨੂੰ ਦਿਖਾਉਣਾ ਪੈਂਦਾ ਹੈ। ਜੇਕਰ ਇਹ ਓਬਜੈਕਟ ਇਹ ਹੈ ਕਿ ਤੁਸੀਂ ਕੱਟਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਇਸ ਤਰੀਕੇ ਨਾਲ ਨਾ ਦਿਖਾਓ। ਤੁਸੀਂ ਜੋ ਕਰਦੇ ਹੋ ਉਸ ਨੂੰ ਇਹਨਾਂ ਡੈਸ਼ਡ ਲਾਈਨਾਂ ਦੁਆਰਾ ਪ੍ਰਸਤੁਤ ਕੀਤਾ ਜਾਂਦਾ ਹੈ। ਇੱਕ ਤਰਫਾ ਲੰਬੀ ਡੈਸ਼ 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 ਲੰਬੀ ਡੈਸ਼ 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 ਲੰਬੀ ਡੈਸ਼। ਇਸ ਕਾਈਡ ਦਾ ਸੈਕਸ਼ਨ ਸਾਡੇ ਕੋਲ ਹੋਵੇਗਾ। ਅਸੀਂ ਇਸ ਨੂੰ ਰੱਖਣਾ ਚਾਹੁੰਦੇ ਹਾਂ। ਫਿਰ ਐਰੋ ਡਾਇਰੇਕਸ਼ਨ ਉਸ ਡਾਇਰੇਕਸ਼ਨ ਵਿੱਚ ਹੋਣੀ ਚਾਹੀਦੀ ਹੈ। ਅਤੇ ਇਹ ਉਹ ਹੈ ਜਿਸ ਨੂੰ ਅਸੀਂ ਹਟਾਉਣਾ ਚਾਹੁੰਦੇ ਹਾਂ। ਅਤੇ ਹਰੇਕ ਸਿਰੇ ਤੇ ਇਹ ਸੈਗਮੈਂਟ ਇਸ ਨੂੰ 90 ਡਿਗਰੀ ਤੇ ਡਰਾ ਕਰਦੇ ਹਨ ਅਤੇ ਐਰੋ ਨਾਲ ਖਤਮ ਹੁੰਦੇ ਹਨ। ਇਹ ਹਮੇਸ਼ਾ 90 ਡਿਗਰੀ ਹੁੰਦੇ ਹਨ। ਆਓ ਇੱਕ ਹੋਰ ਉਦਾਹਰਣ ਵੇਖੀਏ। ਇੱਥੇ ਸਾਡੇ ਕੋਲ ਇੱਕ ਬਲਾਕ ਹੈ ਜਿਸ ਦੇ ਅੰਦਰ ਇੱਕ ਹੋਲ ਹੈ। ਸ਼ਾਇਦ ਇਸ ਸਾਈਡ ਤੇ ਕੋਈ ਹੋਲ ਨਹੀਂ ਹੈ। ਅਤੇ ਅਸੀਂ ਇਸ ਪੂਰੇ ਬਲਾਕ ਦੇ ਇੱਕ ਸੈਕਸ਼ਨਲ ਵਿਊ ਤੇ ਕੰਸੀਡਰ ਕਰਨਾ ਚਾਹਾਂਗੇ। ਸੈਕਸ਼ਨਲ ਕੱਟ ਪਲੇਨ ਇੱਕ ਇਮੈਜਿਨਰੀ ਪਲੇਨ ਹੈ। ਇਹ ਉਹੀ ਹੈ ਜੋ ਇਹਨਾਂ ਲਾਈਨਾਂ ਵਿੱਚੋਂ ਦੀ ਲੰਘਦਾ ਹੈ। ਅਤੇ ਐਰੋ ਡਾਇਰੇਕਸ਼ਨ ਉਸੇ ਤਰੀਕੇ ਨਾਲ ਹੈ। ਇਸ ਦਾ ਮਤਲਬ ਹੈ ਕਿ ਅਸੀਂ ਉਸ ਵਿਊ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਾਂ ਅਤੇ ਇਸ ਪਾਰਟ ਨੂੰ ਹਟਾਉਣਾ ਚਾਹੁੰਦੇ ਹਾਂ ਕਿ ਇਹ ਪਾਰਟ ਬਾਹਰ ਆਉਂਦਾ ਹੈ ਅਤੇ ਬਾਕੀ ਬਚਿਆ ਪਾਰਟ ਪੇਸ਼ ਕਰੇਗਾ। ਕਿਉਂਕਿ ਇਹ ਇੱਕ ਸੈਕਸ਼ਨਲ ਵਿਊ ਹੈ ਜੋ ਸਾਡੇ ਕੋਲ ਹਮੇਸ਼ਾ ਹੁੰਦਾ ਹੈ। ਇਹ ਮਟੀਰੀਅਲ ਪੋਰਸ਼ਨ ਹੈਚ ਲਾਈਨਾਂ ਦੁਆਰਾ ਦਰਸਾਇਆ ਗਿਆ ਹੈ। ਇੱਥੇ ਹੈਚ ਅਤੇ ਇਸੇ ਤਰ੍ਹਾਂ ਇਹ ਇੱਕ ਅਤੇ ਐਰੋ ਡਾਇਰੇਕਸ਼ਨ ਨੂੰ ਨੋਟ ਕਰੋ ਤਾਂ ਕਿ ਜੇਕਰ ਅਸੀਂ ਓਬਜੈਕਟ ਦੇ ਸਾਹਮਣੇ ਵਿਊ ਅਤੇ ਓਬਜੈਕਟ ਦੇ ਟੌਪ ਵਿਊ ਨੂੰ ਦੇਖ ਰਹੇ ਹਾਂ ਤਾਂ ਅਸੀਂ ਸਪਸ਼ਟ ਤੌਰ ਤੇ ਦੇਖ ਸਕਦੇ ਹਾਂ। ਅਸੀਂ ਇਸ ਦਿਸ਼ਾ ਵਿੱਚ ਸਾਹਮਣੇ ਵਿਊ ਨੂੰ ਦੇਖਣਾ ਚਾਹੁੰਦੇ ਹਾਂ। ਸ਼ਾਇਦ ਅਸੀਂ ਬੋਟਮ ਸਾਈਡ ਤੋਂ ਇੱਕ ਸਾਈਡ ਦੀ ਕਲਪਨਾ ਕਰਨਾ ਚਾਹਾਂਗੇ ਜਾਂ ਅਸੀਂ ਇਸ ਦਿਸ਼ਾ ਤੋਂ ਸਾਹਮਣੇ ਵਾਲੇ ਵਿਊ ਦੇ ਰੂਪ ਵਿੱਚ ਦੇਖਣਾ ਚਾਹਾਂਗੇ। ਅਤੇ ਬਾਕੀ ਬਚਿਆ ਟੌਪ ਵਿਊ ਜੋ ਵੀ ਅਸੀਂ ਅਸਲ ਵਿੱਚ ਕਲਪਨਾ ਕਰਨਾ ਚਾਹੁੰਦੇ ਹਾਂ ਕਿ ਅਸੀਂ ਇਸ ਨੂੰ ਹੁਣ ਉਸੇ ਤਰੀਕੇ ਨਾਲ ਦਿਖਾ ਰਹੇ ਹਾਂ। ਜੇਕਰ ਅਸੀਂ ਪਹਿਲੇ ਐਂਗਲ ਪ੍ਰੋਜੈਕਸ਼ਨ ਦੀ ਵਰਤੋਂ ਕਰ ਰਹੇ ਹਾਂ ਤੁਹਾਡੇ ਸਾਹਮਣੇ ਦੇ ਦ੍ਰਿਸ਼ ਨੂੰ ਟੌਪ ਤੇ ਅਤੇ ਟੌਪ ਵਿਊ ਬੋਟਮ ਤੇ। ਜੇਕਰ ਕੋਈ ਥਰਡ ਐਂਗਲ ਪ੍ਰੋਜੈਕਸ਼ਨ ਦੇ ਨਾਲ ਜਾ ਰਿਹਾ ਹੈ ਤਾਂ ਤੁਹਾਡੇ ਸਾਹਮਣੇ ਦਾ ਵਿਊ ਅਤੇ ਟੌਪ ਵਿਊ ਉਹਨਾਂ ਵਿਊ ਡਾਇਰੇਕਸ਼ਨ ਦੇ ਆਧਾਰਿਤ ਹੈ। ਅਸੀਂ ਦੇਖ ਸਕਦੇ ਹਾਂ ਕਿ ਫਰੰਟ ਵਿਊ ਵਾਲੇ ਪੋਰਸ਼ਨ ਦਾ ਸਰਕਲ ਉਹ ਮਟੀਰੀਅਲ ਐਲੀਮੈਂਟ ਹੈ। ਹਾਲਾਂਕਿ ਇਸ ਪੁਆਇੰਟ ਦੇ ਨਕਸ਼ੇ ਨੂੰ ਵੇਖਣ ਦੇ ਕਾਰਨ ਅਤੇ ਅਸੀਂ ਇਸ ਲਾਈਨ ਨੂੰ ਵੇਖਣ ਦੀ ਪੋਜੀਸ਼ਨ ਵਿੱਚ ਹੋਵਾਂਗੇ ਅਤੇ ਇਹ ਵੀ ਅਸੀਂ ਇਸ ਪੂਰੇ ਪਾਰਟ ਨੂੰ ਵੇਖਣ ਦੀ ਪੋਜੀਸ਼ਨ ਵਿੱਚ ਹੋਵਾਂਗੇ। ਅਤੇ ਇੱਕ ਟਾਈਨੀ ਹੋਲ ਹੈ ਜਿਸ ਨੂੰ ਅਸੀਂ ਇਸ ਲੰਬੀ ਡੈਸ਼ ਡੈਸ਼ਡ ਲਾਈਨ ਦੁਆਰਾ ਦਰਸਾ ਸਕਦੇ ਹਾਂ। ਇਸ ਤਰੀਕੇ ਨਾਲ ਅਸੀਂ ਓਬਜੈਕਟ ਦਾ ਇੱਕ ਸੈਕਸ਼ਨਲ ਵਿਊ ਪ੍ਰਾਪਤ ਕਰਦੇ ਹਾਂ।
ਆਮ ਤੌਰ ਤੇ ਸੈਕਸ਼ਨ ਨੂੰ ਕਿਸੇ ਹੋਰ ਵਿਊ ਵਿੱਚ ਪ੍ਰਸਤੁਤ ਕੀਤਾ ਜਾਵੇਗਾ, ਸ਼ਾਇਦ ਇੱਥੇ ਟੌਪ ਵਿਊ ਵਿੱਚ, ਜਿੱਥੇ ਉਸ ਓਬਜੈਕਟ ਤੇ ਸੈਕਸ਼ਨ ਨੂੰ ਕੰਸੀਡਰਡ ਜਾਣਾ ਚਾਹੀਦਾ ਹੈ, ਜੋ ਉਸ ਬਲਾਕ ਦੀਆਂ ਵਿਚਕਾਰਲੀਆਂ ਪਰਤਾਂ ਤੋਂ ਲੰਘ ਰਿਹਾ ਹੈ, ਅਤੇ ਅਸੀਂ ਇਸ ਪੋਜੀਸ਼ਨ ਨੂੰ ਹਟਾਉਣਾ ਚਾਹੁੰਦੇ ਹਾਂ। ਉਸ ਦਾ ਨਜ਼ਰੀਆ ਰੱਖੋ। ਤਾਂ ਕੁਦਰਤੀ ਤੌਰ ਤੇ ਤੀਰ ਅਸੀਂ ਇਸ ਤਰੀਕੇ ਨਾਲ ਪੇਸ਼ ਕਰਾਂਗੇ ਕਿ ਸਾਨੂੰ ਇਸ ਓਬਜੈਕਟ ਲਈ ਇਸ ਡਾਇਰੈਕਸ਼ਨ ਵਿੱਚ ਐਰੋ ਨਹੀਂ ਦਿਖਾਉਣੇ ਚਾਹੀਦੇ। ਇਹ ਦਰਸਾਉਂਦਾ ਹੈ ਕਿ ਅਸੀਂ ਇਸ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਾਂ, ਪਰ ਅਸੀਂ ਇਸ ਨੂੰ ਹਟਾਉਣਾ ਚਾਹੁੰਦੇ ਹਾਂ, ਜਦੋਂ ਕਿ ਕੇਸ ਇਸ ਤੋਂ ਉਲਟ ਹੈ। ਐਰੋਜ਼ ਨੂੰ ਸਾਈਟ ਦੀ ਲਾਈਨ ਨੂੰ ਬੀਟ ਕਰਨਾ ਚਾਹੀਦਾ ਹੈ। ਇਸ ਕੱਟ ਪਲੇਨ ਲਾਈਨਾਂ ਲਈ ਮੂਲ ਰੂਪ ਵਿੱਚ ਦੋ ਕਿਸਮ ਦੀਆਂ ਲਾਈਨਾਂ ਸਵੀਕਾਰਯੋਗ ਹਨ। ਜਾਂ ਤਾਂ 6 ਮਿਲੀਮੀਟਰ ਦੇ ਹਰੇਕ ਡੈਸ਼ ਨਾਲ ਇੱਕ ਲੰਬੀ ਡੈਸ਼ ਲਾਈਨ ਦਿਖਾ ਕੇ, ਅਤੇ ਇਹਨਾਂ ਲੰਬੀਆਂ ਡੈਸ਼ਾਂ ਵਿਚਕਾਰ ਗੈਪ ਇੱਕ ਬਿੰਦੂ 5 ਮਿਲੀਮੀਟਰ ਹੋਵੇਗਾ, ਅਤੇ ਐਰੋਜ਼ ਹਮੇਸ਼ਾ 90 ਡਿਗਰੀ ਲਾਈਨ ਨੂੰ ਦਰਸਾਉਂਦੇ ਹੋਣਗੇ। ਇੱਥੇ ਹੋਰ ਤਰੀਕੇ ਹਨ ਜੋ ਲੰਬੇ ਡੈਸ਼ ਦੇ ਬਾਅਦ ਦੋ ਡੈਸ਼ਡ ਲਾਈਨਾਂ, ਅਤੇ ਦੁਬਾਰਾ ਲੰਬੀ ਡੈਸ਼ ਇੱਕ ਲੰਬੀ ਡੈਸ਼, ਛੋਟੇ ਦੋ ਡੈਸ਼ਾਂ ਤੋਂ ਬਾਅਦ ਲੰਬੀ ਡੈਸ਼ ਦਿਖਾਉਂਦੇ ਹਨ। ਇਹਨਾਂ ਲੰਬੀਆਂ ਡੈਸ਼ਾਂ ਅਤੇ ਛੋਟੀਆਂ ਡੈਸ਼ਾਂ ਵਿਚਕਾਰ ਗੈਪ 1.5 ਮਿਲੀਮੀਟਰ ਹੁੰਦਾ ਹੈ। ਆਮ ਤੌਰ ਤੇ ਇਹਨਾਂ ਲੰਬੇ ਡੈਸ਼ਾਂ ਦੀ ਲੈਂਥ ਲਗਭਗ ਮਿਲੀਮੀਟਰ ਤੋਂ ਮਿਲੀਮੀਟਰ ਹੁੰਦੀ ਹੈ, ਅਤੇ ਛੋਟੀ ਡੈਸ਼ ਦੀ ਲੰਬਾਈ ਆਮ ਤੌਰ ਤੇ ਮਿਲੀਮੀਟਰ ਹੁੰਦੀ ਹੈ। ਅਤੇ ਇਸ ਕੱਟ ਪਲੇਨ ਲਈ ਅਸੀਂ ਹਮੇਸ਼ਾ ਵੱਡੇ ਲੈਟਰ ਦੀ ਵਰਤੋਂ ਕਰਦੇ ਹਾਂ। ਅਤੇ ਇਹ ਕੱਟ ਪਲੇਨ ਦੇ ਹਰੇਕ ਸਿਰੇ ਤੇ ਰੱਖੇ ਜਾਂਦੇ ਹਨ। ਇੱਥੇ ਜੇਕਰ ਤੁਸੀਂ ਕੱਟ ਪਲੇਨ ਦੇਖ ਰਹੇ ਹੋ, C ਅਤੇ C ਅਤੇ B ਅਤੇ B। ਉਦਾਹਰਨ ਲਈ, ਇੱਕ ਸਿਲੰਡਰ ਲਈ ਅਸੀਂ ਇੱਕ ਕੱਟ ਪਲੇਨ ਬਣਾਉਣਾ ਚਾਹੁੰਦੇ ਹਾਂ। ਇਹ ਕੱਟ ਪਲੇਨ ਡਾਇਰੈਕਸ਼ਨ ਹੈ। ਲੰਬੀ ਡੈਸ਼ ਤੋਂ ਬਾਅਦ ਦੋ ਛੋਟੀਆਂ ਡੈਸ਼ਾਂ, ਲੰਬੀ ਡੈਸ਼ ਤੋਂ ਬਾਅਦ ਦੋ ਡੈਸ਼ਾਂ ਆਦਿ। ਅਸੀਂ ਉਸ ਸਾਈਡ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਾਂ। ਫਿਰ ਇਹ ਪਲੇਨ ਹੈ। ਅਤੇ ਆਮ ਤੌਰ ਤੇ ਇਹ BBA ਨਾਲ ਖਤਮ ਹੁੰਦਾ ਹੈ ਅਤੇ ਇਸ ਤਰ੍ਹਾਂ ਵੱਡੇ ਲੈਟਰ ਤੇ ਅਸੀਂ ਇਸ ਨੂੰ ਵਰਤਦੇ ਹਾਂ। ਜੇਕਰ ਇਹ ਸਿਲੰਡਰੀਕਲ ਕਾਈਡ ਦੇ ਓਬਜੈਕਟ ਦੀਆਂ ਸੈਂਟਰ ਲਾਈਨਸ ਹਨ, ਫਿਰ ਕੱਟ ਪਲੇਨ ਲਾਈਨ ਨੂੰ ਧੁਰੇ ਜਾਂ ਸੈਂਟਰ ਲਾਈਨ ਦੇ ਮੁਕਾਬਲੇ ਹਮੇਸ਼ਾ ਤਰਜੀਹ ਹੁੰਦੀ ਹੈ। ਆਓ ਅਸੀਂ ਉਸ ਓਬਜੈਕਟ ਨੂੰ ਵੇਖੀਏ। ਉਦਾਹਰਨ ਲਈ ਇੱਥੇ ਸਾਡੇ ਕੋਲ ਇੱਕ ਫਰੰਟ ਵਿਊ ਇੱਕ ਟੌਪ ਵਿਊ ਹੈ। ਜੇਕਰ ਇਹ ਤੀਜੇ ਐਂਗਲ ਪ੍ਰੋਜੈਕਸ਼ਨ ਵਿੱਚ ਹੈ, ਸਾਈਡ ਵਿਊ ਸਾਡੇ ਕੋਲ ਹੈ। ਇੱਥੇ ਸਾਡੇ ਕੋਲ ਇੱਕ ਲੰਬੀ ਡੈਸ਼ ਵਰਗੀ ਚੀਜ਼ ਹੈ। ਛੋਟਾ ਡੈਸ਼ ਸਿਰਫ ਪ੍ਰਸਤੁਤ ਕਰਨ ਲਈ ਲੰਬਾ ਡੈਸ਼, ਉਸ ਸਰਕਲ ਦਾ ਸੈਂਟਰ ਜਾਂ ਸ਼ਾਇਦ ਸਰਕੂਲਰ ਲੋਕੇਸ਼ਨ। ਅਤੇ ਇੱਥੇ ਅਸੀਂ ਲੰਬੇ ਡੈਸ਼ ਤੋਂ ਬਾਅਦ ਦੋ ਛੋਟੀਆਂ ਡੈਸ਼ਾਂ ਲੰਬੀ ਡੈਸ਼ ਅਤੇ ਇਸ ਤਰ੍ਹਾਂ ਇੱਕ ਸੈਕਸ਼ਨਲ ਵਜੋਂ ਦਿਖਾ ਰਹੇ ਹਾਂ। ਜਦੋਂ ਸਾਡੇ ਕੋਲ ਇਸ ਕਾਈਂਡ ਦੀ ਥਿੰਗ ਹੁੰਦੀ ਹੈ ਤਾਂ ਅਸੀਂ ਸਿਰਫ ਉਸ ਸੈਕਸ਼ਨਲ ਵਿਊ ਰਿਪਰੈਜ਼ੈਂਟੇਸ਼ਨ ਕਰਾਂਗੇ, ਪਰ ਹੁਣ ਅਸੀਂ ਨਹੀਂ ਦਿਖਾਉਂਦੇ। ਅਸੀਂ ਸੈਂਟਰ ਲਾਈਨ ਦੇ ਮੁਕਾਬਲੇ ਸੈਂਟਰ ਨੂੰ ਦਰਸਾਉਣ ਲਈ ਲੰਬੀ ਡੈਸ਼, ਛੋਟੀ ਡੈਸ਼, ਲੰਬੀ ਡੈਸ਼ ਵਰਗੀ ਕੋਈ ਚੀਜ਼ ਨਹੀਂ ਦਿਖਾਉਂਦੇ ਹਾਂ। ਜੇਕਰ ਕੋਈ ਸੈਕਸ਼ਨਲ ਵਿਊ ਲਾਈਨ ਮੌਜੂਦ ਹੈ ਤਾਂ ਕੱਟ ਪਲੇਨ ਲਾਈਨ ਮੌਜੂਦ ਹੈ। ਫਿਰ ਕਿਸੇ ਨੂੰ ਸਿਰਫ ਉਹ ਕੱਟੀ ਹੋਈ ਪਲੇਨ ਲਾਈਨ ਦਿਖਾਉਣੀ ਪੈਂਦੀ ਹੈ। ਜੇਕਰ ਅਸੀਂ ਇਸ ਸੈਕਸ਼ਨ ਨੂੰ ਹਟਾ ਰਹੇ ਹਾਂ, ਤਾਂ ਅਸੀਂ
ਇਹ ਵਿਊ ਪ੍ਰਾਪਤ ਕਰਨ ਜਾ ਰਹੇ ਹਾਂ ਕਿਉਂਕਿ ਅਸੀਂ ਇਸ ਪਾਰਟ ਨੂੰ ਹਟਾ ਰਹੇ ਹਾਂ ਕਿਉਂਕਿ ਐਰੋ ਡਾਇਰੈਕਸ਼ਨ ਇਸ ਡਾਇਰੈਕਸ਼ਨ ਵਿੱਚ ਹੈ, ਇਸ ਲਈ ਅਸੀਂ ਇਸ ਪਾਰਟ ਨੂੰ ਹਟਾਉਣਾ ਚਾਹੁੰਦੇ ਹਾਂ। ਜਦੋਂ ਅਸੀਂ ਸਾਈਡ ਵਿਊ ਤੇ ਅਜਿਹਾ ਕਰਦੇ ਹਾਂ ਤਾਂ ਅਸੀਂ ਸਪਸ਼ਟ ਤੌਰ ਤੇ ਦੇਖ ਸਕਦੇ ਹਾਂ ਕਿ ਇਹ ਉਹ ਥਾਂ ਹੈ ਜਿੱਥੇ ਮਟੀਰੀਅਲ ਮੌਜੂਦ ਹੈ ਜਿਸ ਨੂੰ ਦਰਸਾਉਂਦਾ ਹੈ। ਅਤੇ ਕਿਉਂਕਿ ਇਹ ਹੋਲੋ ਪੋਰਸ਼ਨ ਇਹ ਵੀ ਹੋਲੋ ਪੋਰਸ਼ਨ ਹੈ, ਸਾਡੇ ਕੋਲ ਉੱਥੇ ਕੋਈ ਲਾਈਨਾਂ ਨਹੀਂ ਹਨ। ਇਹ ਸਿਰਫ ਇੱਕ ਫਲੋਟਿੰਗ ਵਰਗਾ ਲੱਗਦਾ ਹੈ। ਸਿਮਿਲਰਲੀ ਸਾਡੇ ਕੋਲ ਵਾਧੂ ਮਟੀਰੀਅਲ ਅਤੇ ਟੇਪਰਡ ਕਾਈਡ ਦੀ ਥਿੰਗ ਹੈ ਤਾਂ ਕੁਦਰਤੀ ਤੌਰ ਤੇ ਸਾਡੇ ਕੋਲ ਇਹ ਪੋਰਸ਼ਨ ਹੋਵੇਗਾ। ਜੇਕਰ ਤੁਹਾਡੇ ਕੋਲ ਫਰਸਟਮ, ਸਿਲੰਡਰ, ਟੇਪਰਡ ਕਾਈਡ ਦੀਆਂ ਚੀਜ਼ਾਂ ਹਨ, ਸਾਡੇ ਕੋਲ ਹਮੇਸ਼ਾ ਇਸ ਸੈਕਸ਼ਨਲ ਵਿਊ ਰਿਪਰੈਜ਼ੈਂਟੇਸ਼ਨ ਸਿਰਫ ਉਸ ਤਿਮਾਹੀ ਦੇ 1/4 ਹਿੱਸੇ ਤੇ ਹੁੰਦੀ ਹੈ, ਨਾ ਕਿ ਹਾਫ ਫੁੱਲ ਸੈਕਸ਼ਨ ਨੂੰ ਦਿਖਾਉਣ ਦੀ ਬਜਾਏ ਅਸੀਂ ਇਸ ਪਾਰਟ ਨੂੰ ਹਟਾਉਂਦੇ ਹਾਂ। ਜਦੋਂ ਅਸੀਂ ਉਸ ਪਾਰਟ ਨੂੰ ਹਟਾਉਂਦੇ ਹਾਂ, ਜੇਕਰ ਅਸੀਂ ਇਸ ਸਾਈਡ ਵਿਊ ਤੋਂ ਦੇਖ ਰਹੇ ਹਾਂ, ਤਾਂ ਇਸ ਜ਼ੋਨ ਵਿੱਚ ਇੱਕ ਮਟੀਰੀਅਲ ਮੌਜੂਦ ਹੈ, ਅਤੇ ਇੱਕ ਉਹ ਹੈ ਜੋ ਅਸੀਂ ਉੱਥੇ ਦੇਖ ਰਹੇ ਹਾਂ। ਸਿਮਿਲਰਲੀ ਸਾਡੇ ਕੋਲ ਇਹ ਓਬਜੈਕਟ ਹੈ ਜਿਸ ਨੂੰ ਇਹਨਾਂ 4 ਲੋਕੇਸ਼ਨ ਤੇ ਬੁਲਟ ਕੀਤਾ ਜਾ ਸਕਦਾ ਹੈ, ਅਤੇ ਇਸ ਦਾ ਇਹ ਸਿਲੰਡਰੀਕਲ ਪੋਰਸ਼ਨ ਹੈ। ਹੁਣ ਟੌਪ ਵਿਊ ਤੋਂ ਜੇਕਰ ਤੁਸੀਂ ਇਸ ਨੂੰ ਦੇਖ ਰਹੇ ਹੋ, ਤਾਂ ਇੱਕ ਸਰਕਲ ਹੋਵੇਗਾ, ਅਤੇ ਅੰਦਰਲੇ ਸਰਕਲ ਵੀ ਹਨ। ਇਸ ਛੋਟੇ ਜਿਹੇ ਬੁਲਟਡ ਕਾਈਂਡ ਦੇ ਪੋਰਸ਼ਨ ਨਾਲ ਘਿਰਿਆ ਹੋਇਆ ਹੈ। ਅਤੇ ਜਿਸ ਸੈਕਸ਼ਨ ਨੂੰ ਅਸੀਂ ਅਸਲ ਵਿੱਚ ਕੰਸੀਡਰ ਕਰਨਾ ਚਾਹੁੰਦੇ ਹਾਂ ਉਹ ਇਹ ਹੈ। ਅਤੇ ਲੰਬੀ ਡੈਸ਼ ਤੋਂ ਬਾਅਦ 2 ਛੋਟੀਆਂ ਡੈਸ਼ਾਂ ਅਤੇ ਇਸ ਤਰ੍ਹਾਂ ਹੋਰ। ਅਤੇ ਅਸੀਂ ਉਸ ਹਿੱਸੇ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਾਂ, ਅਤੇ ਇਸ ਪਾਰਟ ਨੂੰ ਹਟਾਉਣਾ ਚਾਹੁੰਦੇ ਹਾਂ। ਜੇਕਰ ਅਸੀਂ ਇਸ ਪੂਰੇ ਪਾਰਟ ਨੂੰ ਹਟਾਉਂਦੇ ਹਾਂ, ਤਾਂ ਸਾਡੇ ਕੋਲ ਉਸ ਪੋਰਸ਼ਨ ਦੇ ਅੰਦਰ ਮਟੀਰੀਅਲ ਹੈ ਤਾਂ ਸਾਡੇ ਕੋਲ ਉਸ ਪੋਰਸ਼ਨ ਦੇ ਅੰਦਰ ਉਹ ਮਟੀਰੀਅਲ ਹੈ। ਇਹ ਟੌਪ ਤੇ ਜਾਂਦਾ ਹੈ ਕਿਉਂਕਿ ਅਸੀਂ ਇਸ ਪਾਰਟ ਨੂੰ ਇਸ ਤਰੀਕੇ ਨਾਲ ਹਟਾਉਣ ਬਾਰੇ ਕੰਸੀਡਰ ਕਰ ਰਹੇ ਹਾਂ ਕਿ ਅਸੀਂ ਇਸ ਨੂੰ ਹਟਾਉਣਾ ਚਾਹੁੰਦੇ ਹਾਂ। ਜਦੋਂ ਅਸੀਂ ਉਸ ਪਾਰਟ ਨੂੰ ਹਟਾ ਰਹੇ ਹਾਂ, ਇਸ ਕੋਲ ਮਟੀਰੀਅਲ ਹੈ, ਇਸ ਕੋਲ ਮਟੀਰੀਅਲ ਹੈ। ਬਾਕੀ ਬਚਿਆ ਪਾਰਟ ਆਮ ਵਾਂਗ ਟੌਪ ਵਿਊ ਦੀ ਤਰ੍ਹਾਂ ਹੈ ਜੋ ਵੀ ਇਹ ਦਿੰਦਾ ਹੈ। ਸਿਮਿਲਰਲੀ ਇਹ ਸੈਕਸ਼ਨਲ ਵਿਊ ਜ਼ਰੂਰੀ ਤੌਰ ਤੇ ਇੱਕ ਵਿਊ ਤੇ ਨਹੀਂ ਹੋ ਸਕਦੇ ਜਿਵੇਂ ਕਿ ਫਰੰਟ ਵਿਊ। ਤੁਸੀਂ ਸੈਕਸ਼ਨ ਜਾਂ ਟੌਪ ਵਿਊ ਨੂੰ ਲੈ ਸਕਦੇ ਹੋ, ਇਹ ਬੇਂਟ ਹੋ ਸਕਦਾ ਹੈ ਅਤੇ ਕਾਈਂਡ ਦੇ ਸੈਕਸ਼ਨ ਵੀ। ਉਦਾਹਰਨ ਲਈ, ਇੱਥੇ ਇਸ ਨੂੰ ਦੇਖੋ, ਇਹ ਉਹ ਓਬਜੈਕਟ ਹੈ ਜੋ ਸਾਡੇ ਕੋਲ। ਸਭ ਤੋਂ ਪਹਿਲਾਂ ਇਹ ਸੈਕਸ਼ਨ ਹੈ, ਇਸ ਪਾਰਟ ਨੂੰ ਬਰਕਰਾਰ ਰੱਖਣਾ ਹੈ। ਫਿਰ ਇਹ ਸੈਕਸ਼ਨ ਹੈ, ਦੁਬਾਰਾ ਇਹ ਸੈਕਸ਼ਨ ਹੈ। ਦੁਬਾਰਾ ਇਹ ਸੈਕਸ਼ਨ ਰੱਖੋ, ਦੁਬਾਰਾ ਇਹ ਸੈਕਸ਼ਨ ਰੱਖੋ, ਅਤੇ ਇਸ ਪਾਰਟ ਨੂੰ ਰੱਖੋ, ਭਾਵ ਇਹ ਪੂਰੀ ਚੀਜ਼ ਰੱਖੋ, ਅਤੇ ਇਸ ਪਾਰਟ ਨੂੰ ਹਟਾ ਦਿਓ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਆਓ ਦੇਖੀਏ ਕਿ ਉਹ ਪਾਰਟ ਹੈ ਜੋ ਅਸੀਂ ਹਟਾ ਰਹੇ ਹਾਂ, ਅਤੇ ਇਹ ਪੂਰੀ ਤਰ੍ਹਾਂ ਖਾਲੀ ਹੈ, ਇਸ ਲਈ ਸਾਡੇ ਕੋਲ ਇੱਥੇ ਖਾਲੀ ਹੈ। ਅਤੇ ਇਹ ਉਹ ਪਾਰਟ ਹੈ ਜਿਸ ਨੂੰ ਅਸੀਂ ਹਟਾ ਰਹੇ ਹਾਂ, ਸਾਡੇ ਕੋਲ ਡੈਸ਼ਡ ਹੈ। ਅਤੇ ਇਸ ਸਾਰੀ ਥਿੰਗ ਨੂੰ ਅਸੀਂ ਸੱਚਮੁੱਚ ਸਾਹਮਣੇ ਤੋਂ ਦੇਖ ਸਕਦੇ ਹਾਂ, ਪਰ ਦੁਬਾਰਾ ਇੱਥੇ ਅਸੀਂ ਡੈਸ਼ਡ ਲਾਈਨ ਕੀਤੀ ਹੈ। ਉਹ ਡੈਸ਼ਡ ਲਾਈਨਾਂ ਇਸ ਨੂੰ ਸਿਰਫ ਇੱਕ ਪਰਸਪੈਕਟਿਵ ਵਿਊ ਦੇਣ ਲਈ ਦੇਖਣਗੀਆਂ। ਇਹ 3 ਓਬਜੈਕਟ, ਜੇਕਰ ਸਾਡੇ ਕੋਲ ਇਹ ਸਲਾਇਸ ਹੈ ਅਤੇ ਇਸ ਸੈਕਸ਼ਨ ਨੂੰ ਹਟਾਉਂਦੇ ਹੋਏ ਇਸ ਪਾਰਟ ਨੂੰ ਉਸ ਡਾਇਰੈਕਸ਼ਨ ਵਿੱਚ ਰੱਖ ਰਹੇ ਹਾਂ, ਫਿਰ ਵਿਊ ਉਸ ਵਰਗਾ ਹੋਣਾ ਚਾਹੀਦਾ ਹੈ। ਹੈਚ ਡਾਇਰੈਕਸ਼ਨ ਨੂੰ ਨੋਟ ਕਰੋ ਜਿੱਥੇ ਮਟੀਰੀਅਲ ਮੌਜੂਦ ਹੈ, ਕਿਉਂਕਿ ਸੈਕਸ਼ਨ ਨੂੰ ਸਿਰਫ ਇੱਥੇ ਹੀ ਕੰਸੀਡਰ ਕੀਤਾ ਜਾਂਦਾ ਹੈ ਪਰ ਉਸ ਸਰਕਲ ਦੇ ਅੰਦਰ ਨਹੀਂ, ਸਰਕਲ ਦੇ ਪੂਰਾ ਹੋਣ ਦਾ ਕਾਰਨ ਹੈ। ਸਿਮਿਲਰਲੀ ਇੱਥੇ ਸਾਡੇ ਕੋਲ ਰੈਵੋਲੂਸ਼ਨ ਦਾ ਸੋਲਿਡ ਹੈ। ਜੇਕਰ ਅਸੀਂ ਇੱਥੇ ਇੱਕ ਕੱਟ ਸੈਕਸ਼ਨ ਲੈ ਰਹੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ, ਲੰਬੀ ਡੈਸ਼ ਤੋਂ ਬਾਅਦ 2 ਛੋਟੀਆਂ ਡੈਸ਼ਾਂ ਆਦਿ। ਇੱਕ ਹੋਰ ਰਿਪਰੈਜ਼ੈਂਟੇਸ਼ਨ ਇੱਥੇ ਹੈ,
ਅਸੀਂ ਉਸ ਪਾਰਟ ਨੂੰ ਰੱਖਣਾ ਚਾਹੁੰਦੇ ਹਾਂ ਅਤੇ ਬਾਕੀ ਬਚੇ ਪਾਰਟ ਨੂੰ ਹਟਾਉਣਾ ਚਾਹਾਂਗੇ। ਫਿਰ ਜਿੱਥੇ ਵੀ ਮਟੀਰੀਅਲ ਹੈ ਅਸੀਂ ਇਸ ਸੈਕਸ਼ਨਲ ਥਿੰਗ ਨੂੰ ਹਟਾ ਰਹੇ ਹਾਂ। ਸਾਡੇ ਕੋਲ ਬਚੀ ਹੋਈ ਮਟੀਰੀਅਲ ਹੈ ਉੱਥੇ। ਬਾਕੀ ਬਚਿਆ ਪਾਰਟ ਖਾਲੀ ਹੈ। ਆਮ ਤੌਰ ਤੇ ਕੱਟ ਪਲੇਨ ਨੂੰ ਵੱਖ-ਵੱਖ ਸ਼ੈਲੀਆਂ ਵਿੱਚ ਦਰਸਾਇਆ ਜਾਂਦਾ ਹੈ। ਫਰੰਟਲ ਜਾਂ ਵਰਟੀਕਲ ਕਟਿੰਗ ਪਲੇਨ ਹੁੰਦੇ ਹਨ, ਜਿਸ ਵਿੱਚ ਹੌਰੀਜ਼ੌਨਟਲ ਕੱਟ ਪਲੇਨ ਵੀ ਹੋ ਸਕਦਾ ਹੈ ਅਤੇ ਸੈਕਸ਼ਨਲ ਪਲੇਨ ਵੀ ਪ੍ਰੋਫਾਈਲ ਕੱਟ ਹੁੰਦੇ ਹਨ ਇੱਕ ਹੋ ਸਕਦਾ ਹੈ। ਦੂਜਾ ਉਹ ਪਲੇਨ ਹਨ ਜੋ ਅਸੀਂ ਆਗਜ਼ਿਲਰੀ ਪਲੇਨ ਵਾਂਗ ਸਿੱਖਿਆ ਹੈ। ਇਹਨਾਂ ਆਗਜ਼ਿਲਰੀ ਵਰਟੀਕਲ ਪਲੇਨ ਆਗਜ਼ਿਲਰੀ ਇਨਕਲਾਈਨਡ ਪਲੇਨ ਤੇ ਵੀ ਅਸੀਂ ਕੱਟ ਕਰ ਸਕਦੇ ਹਾਂ। ਇਸ ਤਰ੍ਹਾਂ ਦੀਆਂ ਚੀਜ਼ਾਂ ਉਹ ਹਨ ਜਿਨ੍ਹਾਂ ਨੂੰ ਅਸੀਂ ਆਗਜ਼ਿਲਰੀ ਸੈਕਸ਼ਨ ਪਲੇਨ ਕਹਿੰਦੇ ਹਾਂ। ਕਿਸੇ ਕੋਲ ਓਬਲੀਕ ਸੈਕਸ਼ਨਲ ਵਿਊ ਵੀ ਹੋ ਸਕਦੇ ਹਨ। ਅਗਲੀ ਕਲਾਸ ਵਿੱਚ ਅਸੀਂ ਇਸ ਸੈਕਸ਼ਨਲ ਵਿਊ ਬਾਰੇ ਹੋਰ ਜਾਣਾਂਗੇ ਅਤੇ ਉਹਨਾਂ ਨੂੰ ਡਰਾਇੰਗ ਸ਼ੀਟ ਉੱਤੇ ਦਰਸਾਵਾਂਗੇ। ਤੁਹਾਡਾ ਧੰਨਵਾਦ।